ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। देसी तड़का कुकिंग ਰੈਸਪੀਜ਼ ਵਿੱਚ ਅਸੀਂ ਤੁਹਾਨੂੰ ਵੈਲਕਮ ਕਰਦੇ ਆ। ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਵਧੀਆ ਜੀ ਤੇ ਬਹੁਤ ਹੀ ਮਜ਼ੇਦਾਰ ਜ਼ਰਦਾ ਚਾਵਲਾਂ ਦੀ ਰੈਸਪੀ ਲੈ ਕੇ ਆਈ ਹਾਂ। ਤੁਸੀਂ ਦੇਖ ਰਹੇ ਹੋ ਕਿ ਕਿੰਨੇ ਹੀ ਸੋਹਣੇ ਜਿਵੇਂ ਚਾਵਲ ਬਣਾ ਕੇ ਤਿਆਰ ਕੀਤੇ ਆ। ਇਹ ਸਪੈਸ਼ਲ ਰੈਸਪੀ ਜ਼ਰਦਾ ਚਾਵਲਾਂ ਦੀ ਜਿਹੜੀ ਤੁਸੀਂ ਈਦ ਤੇ ਆਪਣੇ ਮਹਿਮਾਨਾਂ ਵਾਸਤੇ ਵੀ ਆਸਾਨੀ ਨਾਲ ਘਰ ਵਿੱਚ ਬਣਾ ਸਕਦੇ ਹੋ। ਤੁਸੀਂ ਦੇਖ ਰਹੇ ਹੋ ਕਿ ਕਿੰਨੇ ਮਜ਼ੇਦਾਰ ਤੇ ਕਿੰਨੇ ਹੀ ਸੋਹਣੇ ਜਿਹੇ ਮੈਂ ਚਾਵਲ ਬਣਾ ਕੇ ਤਿਆਰ ਕੀਤੇ ਆ। ਇਸ ਰੈਸਪੀ ਨੂੰ ਤੁਸੀਂ ਵੀ ਆਪਣੇ ਘਰ ਵਿੱਚ ਜ਼ਰੂਰ ਟਰਾਈ ਕਰਿਓ। ਜੇ ਮੇਰੀ ਰੈਸਪੀ ਪਸੰਦ ਆਵੇ ਤਾਂ ਮੈਨੂੰ ਵੀ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ। ਇਹਦੇ ਨਾਲ ਹੀ ਮੈਂ ਆਪਣੀ ਰੈਸਪੀ ਨੂੰ ਬਣਾਉਣਾ ਸ਼ੁਰੂ ਕਰਾਂਗੀ। ਸਭ ਤੋਂ ਪਹਿਲੇ ਮੈਂ ਲੈ ਰਹੀ ਹਾਂ ਕੜਾਈ ਦੇ ਵਿੱਚ ਮੈਂ ਪਾਵਾਂਗੀ 2 ਕਿਲੋ ਪਾਣੀ। ਤੁਸੀਂ ਹਮੇਸ਼ਾ ਇਹ ਗੱਲ ਜ਼ਰੂਰ ਆਪਣੇ ਜ਼ਿਹਨ ਵਿੱਚ ਰੱਖਣੀ ਆ ਕਿ ਅੱਗ ਜ਼ਿਆਦਾ ਤੇਜ਼ ਨਹੀਂ ਕਰਨੀ, ਇਹਨੂੰ ਹਲਕੀ ਜਿਹੀ ਅੱਗ 'ਤੇ ਪਾਣੀ ਨੂੰ ਉਬਾਇਲ ਕਰਨਾ। ਤੁਸੀਂ ਦੇਖ ਰਹੇ ਹੋ ਕਿ ਮੈਂ 2 ਕਿਲੋ ਪਾਣੀ ਦੇ ਵਿੱਚ ਪਾ ਚੁੱਕੀ ਹਾਂ। ਹੁਣ ਮੈਂ ਇਸ ਪਾਣੀ ਨੂੰ ਉਬਾਲੇ ਆਉਣ ਤੱਕ ਢੱਕ ਰਹੀ ਹਾਂ। ਜਿੰਨਾ ਦੇਰ ਤੱਕ ਇਹਨੂੰ ਉਬਾਲੇ ਨਹੀਂ ਆਉਂਦੇ ਉਨੀ ਦੇਰ ਤੱਕ ਮੈਂ ਇਹਦਾ ਢੱਕਣਾ ਨਹੀਂ ਉਤਾਰਾਂਗੀ। ਪਾਣੀ ਨੂੰ ਉਬਲਦਿਆਂ ਹੋਇਆਂ 5 ਮਿੰਟ ਹੋ ਚੁੱਕੇ ਸੀ। ਤੁਸੀਂ ਦੇਖ ਰਹੇ ਹੋ ਕਿ ਮੇਰਾ ਪਾਣੀ ਉਬਾਇਲ ਹੋ ਚੁੱਕਿਆ। ਮੈਂ ਪਾਣੀ ਨੂੰ ਚੰਗੀ ਤਰ੍ਹਾਂ ਉਬਾਇਲ ਕੀਤਾ। ਹੁਣ ਮੈਂ ਇਹਦੇ ਵਿੱਚ ਪਾਵਾਂਗੀ 1.5 ਗਲਾਸ ਚਾਵਲਾਂ ਦਾ। ਇਹ 1.5 ਗਲਾਸ ਚਾਵਲ ਮੈਂ ਪਹਿਲੇ ਹੀ ਭਿਗੋ ਕੇ ਰੱਖ ਲਏ ਸਨ। ਮੈਂ ਹੁਣ ਚੰਗੀ ਤਰ੍ਹਾਂ ਸਾਰੇ ਚਾਵਲਾਂ ਨੂੰ ਵਿੱਚ ਪਾ ਲਵਾਂਗੀ। ਹੁਣ ਫਿਰ ਮੈਂ ਚਾਵਲਾਂ ਨੂੰ ਉਬਾਲਾ ਦਿਵਾਉਣ ਵਾਸਤੇ ਮੈਂ ਇਹਨਾਂ 'ਤੇ ਫਿਰ ਢੱਕਣਾ ਲਗਾਵਾਂਗੀ। ਤੁਸੀਂ ਦੇਖ ਰਹੇ ਹੋ ਕਿ 2 ਮਿੰਟ ਹੋ ਚੁੱਕੇ ਆ ਅਤੇ ਮੇਰੇ ਚਾਵਲ ਵੀ ਉਬਲਣਾ ਸ਼ੁਰੂ ਹੋ ਚੁੱਕੇ ਆ। ਹੁਣ ਮੈਂ ਇਹਦੇ ਵਿੱਚ ਪਾਵਾਂਗੀ ਜ਼ਰਦਾ ਰੰਗ, ਜਿਹੜਾ 1 ਚਮਚ ਮੈਂ ਲੈ ਕੇ ਪਹਿਲੇ ਹੀ ਘੋਲ ਕੇ ਰੱਖ ਲਿਆ ਸੀ। ਇਹਨੂੰ ਮੈਂ ਥੋੜ੍ਹਾ ਜਿਹਾ ਆਪਣੇ ਜ਼ਾਇਕੇ ਦੇ ਹਿਸਾਬ ਨਾਲ, ਜਿੰਨੇ ਜਾਂ ਤਾਂ ਤੁਸੀਂ ਜ਼ਿਆਦਾ ਰੰਗ ਕਰਨਾ ਹੋਵੇ ਤਾਂ ਜ਼ਿਆਦਾ ਰੰਗ ਡਾਲ ਸਕਦੇ ਹੋ, ਜੇ ਕਮ ਲੈਣਾ ਹੋਵੇ ਤਾਂ ਤੁਸੀਂ ਕਮ ਵੀ ਇਸਤੇਮਾਲ ਕਰ ਸਕਦੇ ਹੋ। ਇੱਥੇ ਮੈਂ 1 ਚਮਚ ਲੈ ਕੇ ਇਹਦੇ ਵਿੱਚ ਪਾਇਆ। ਜ਼ਰਦਾ ਰੰਗ ਡਾਲਣ ਤੋਂ ਬਾਅਦ ਮੈਂ ਇਹਨੂੰ ਚੰਗੀ ਤਰ੍ਹਾਂ ਹਿਲਾਵਾਂਗੀ। ਤੁਸੀਂ ਦੇਖ ਰਹੇ ਹੋ ਕਿ ਨਾਲ ਹੀ ਨਾਲ ਮੇਰੇ ਚਾਵਲ ਵੀ ਉਬਲਣਾ ਸ਼ੁਰੂ ਹੋ ਗਏ ਆ। ਇਹਨਾਂ ਚਾਵਲਾਂ ਨੂੰ ਨਾ ਤਾਂ ਮੈਂ ਜ਼ਿਆਦਾ ਪਕਾਉਣਾ ਅਤੇ ਨਾ ਹੀ ਜ਼ਿਆਦਾ ਕੱਚਾ ਰੱਖਣਾ। ਬਸ ਮੇਰੇ ਚਾਵਲ ਹੋ ਚੁੱਕੇ ਆ। ਹੁਣ ਮੈਂ ਇਹਨਾਂ ਨੂੰ ਇੱਕ ਛਾਨਣੀ ਦੀ ਮਦਦ ਨਾਲ ਇਹਨਾਂ ਪਾਣੀ ਕੱਢ ਲਵਾਂਗੀ। ਤੁਸੀਂ ਦੇਖ ਰਹੇ ਹੋ ਕਿ ਮੈਂ ਅੱਛੀ ਤਰ੍ਹਾਂ ਇਹਨਾਂ 'ਚੋਂ ਪਾਣੀ ਨਿਕਾਲ ਲਿਆ ਕਿ ਕਿੰਨੇ ਸੋਹਣੇ ਜਿਹੇ ਮੇਰੇ ਚਾਵਲ ਕੱਚੇ ਜਿਹੇ ਨਾ ਹੀ ਪੱਕੇ ਬਣ ਕੇ ਤਿਆਰ ਹੋ ਚੁੱਕੇ। ਹੁਣ ਮੈਂ ਇੱਕ ਲਵਾਂਗੀ ਕੜਾਈ ਦੇ ਵਿੱਚ ਪਾਇਆ ਮੈਂ ਇਹ ਗਲਾਸ ਨਾ ਤਾਂ ਇਹ ਜ਼ਿਆਦਾ ਭਰਿਆ ਹੋਇਆ ਨਾ ਹੀ ਥੋੜ੍ਹਾ ਕਮ ਆ। ਇਹ ਮੈਂ ਪਾਵਾਂਗੀ ਚੀਨੀ ਦਾ ਅਤੇ ਹਾਫ ਗਲਾਸ ਮੈਂ ਇਹਦੇ 'ਚ ਹੁਣ ਪਾਵਾਂਗੀ ਪਾਣੀ ਦਾ। ਪਾਣੀ ਡਾਲਣ ਤੋਂ ਬਾਅਦ ਹੁਣ ਮੈਂ ਇਹਨੂੰ ਉਨੀ ਦੇਰ ਪਕਾਵਾਂਗੀ ਜਿੰਨੀ ਦੇਰ ਤੱਕ ਚੀਨੀ ਇਹਦੇ ਵਿੱਚ ਹੱਲ ਨਾ ਹੋ ਜਾਵੇ। ਤੁਸੀਂ ਦੇਖ ਰਹੇ ਹੋ ਕਿ ਮੈਂ ਮੱਠੀ ਜਿਹੀ ਅੱਗ ਕਰਕੇ ਇਹਨੂੰ ਹੁਣ ਪਕਾ ਰਹੀ ਹਾਂ ਅਤੇ ਮੇਰੀ ਚੀਨੀ ਹੁਣ ਖੁਰਨਾ ਸ਼ੁਰੂ ਹੋ ਗਈ ਆ। ਮੈਂ ਇੱਥੇ ਇਹਦੇ ਵਿੱਚ ਇਲਾਚੀ 1 ਡਾਲ ਰਹੀ ਹਾਂ। ਤੁਸੀਂ ਆਪਣੀ ਪਸੰਦ ਦੇ ਮੁਤਾਬਕ ਇਹਦੇ ਵਿੱਚ ਸੌਂਫ ਜਾਂ ਇਲਾਚੀ ਡਾਲ ਸਕਦੇ ਹੋ। ਤੁਸੀਂ ਦੇਖ ਰਹੇ ਹੋ ਕਿ ਮੇਰੀ ਸਾਰੀ ਚੀਨੀ ਇਹਦੇ ਵਿੱਚ ਹੱਲ ਹੋ ਚੁੱਕੀ ਆ। ਹੁਣ ਮੈਂ ਇੱਕ ਲਵਾਂਗੀ ਫਰਾਈ ਪੈਨ ਨੂੰ ਮੈਂ ਚੁੱਲ੍ਹੇ 'ਤੇ ਰੱਖਿਆ ਅਤੇ ਮੇਰਾ ਸੀ 1.5 ਗਲਾਸ ਚਾਵਲਾਂ ਦਾ। ਉਹਦੇ ਹਿਸਾਬ ਦੇ ਨਾਲ ਹੀ ਮੈਂ ਇਹਦੇ ਵਿੱਚ ਪਾਵਾਂਗੀ ਘਿਓ। ਮੈਂ ਇੱਥੇ ਡਾਲਟਾ ਘਿਓ ਦਾ ਇਸਤੇਮਾਲ ਕਰ ਰਹੀ ਹਾਂ। ਇਹਨੂੰ ਮੈਂ ਫਰਾਈ ਪੈਨ ਵਿੱਚ ਡਾਲ ਕੇ ਇਹਨੂੰ ਅੱਛੀ ਤਰ੍ਹਾਂ ਤੜਕਾ ਲਵਾਂਗੀ। ਇਹਨੂੰ ਤੜਕਾਉਣ ਤੋਂ ਬਾਅਦ ਦੂਸਰੀ ਸਾਈਡ 'ਤੇ ਮੇਰੀ ਚਾਸ਼ਨੀ ਬਿਲਕੁਲ ਹੋ ਗਈ ਹੈ ਤਿਆਰ। ਹੁਣ ਮੈਂ ਤੜਕਾਇਆ ਹੋਇਆ ਘਿਓ ਇਹਦੇ ਵਿੱਚ ਚਾਸ਼ਨੀ ਦੇ ਪਾ ਦੇਵਾਂਗੀ ਤਾਂ ਕਿ ਮੇਰੀ ਚਾਸ਼ਨੀ ਅੱਛੀ ਤਰ੍ਹਾਂ ਪੱਕ ਕੇ ਤਿਆਰ ਹੋ ਜਾਵੇ। ਤੁਸੀਂ ਦੇਖ ਰਹੇ ਹੋ ਕਿ ਕਿੰਨੀ ਸੋਹਣੀ ਜੀ ਮੇਰੀ ਚਾਸ਼ਨੀ ਬਣ ਕੇ ਤਿਆਰ ਹੋ ਚੁੱਕੀ ਹੈ। ਇਹਨੂੰ ਨਾ ਤਾਂ ਮੈਂ ਜ਼ਿਆਦਾ ਗਾੜਾ ਕਰਨਾ ਅਤੇ ਨਾ ਹੀ ਇਹਨੂੰ ਜ਼ਿਆਦਾ ਪਤਲਾ ਕਰਨਾ। ਚਾਸ਼ਨੀ ਹੁਣ ਬਣ ਕੇ ਤਿਆਰ ਹੋ ਚੁੱਕੀ ਹੈ। ਜ਼ਿਆਦਾ ਚਿਪਚਿਪੀ ਨਹੀਂ ਬਣੀ। ਮੈਂ ਇਹਨੂੰ ਸੋਹਣਾ ਜਿਹਾ ਬਣਾ ਕੇ ਤਿਆਰ ਕਰ ਲਿਆ। ਤਿਆਰ ਕਰਨ ਤੋਂ ਬਾਅਦ ਹੁਣ ਮੈਨੂੰ ਬਿਲਕੁਲ ਹਲਕੀ ਜਿਹੀ ਆਂਚ ਕਰ ਦੇਵਾਂਗੀ ਅਤੇ ਇਹਦੇ ਵਿੱਚ ਹੁਣ ਮੈਂ ਪਾਵਾਂਗੀ ਉਬਲੇ ਹੋਏ ਚਾਵਲ, ਜਿਹੜੇ ਮੈਂ ਪਹਿਲੇ ਹੀ ਨਿਕਾਲ ਕੇ ਰੱਖ ਲਏ ਸੀ। ਸਪੈਚੂਲਾ ਦੀ ਮਦਦ ਨਾਲ ਮੈਂ ਹੁਣ ਇਹਦੇ ਵਿੱਚ ਆਸਾ ਸਾਰੇ ਚਾਵਲ ਪਾ ਦੇਵਾਂਗੀ। ਮੈਂ ਚਾਸ਼ਨੀ ਦੇ ਵਿੱਚ ਸਾਰੇ ਉਬਲੇ ਹੋਏ ਚਾਵਲ ਡਾਲ ਕੇ ਅੱਛੀ ਤਰ੍ਹਾਂ ਮਿਕਸ ਕਰ ਲਿਆ। ਮੈਂ ਇਹਨਾਂ ਨੂੰ ਅੱਛੀ ਤਰ੍ਹਾਂ ਹੱਲ ਕਰਨ ਤੋਂ ਬਾਅਦ ਹੁਣ ਮੈਂ ਇਹਨਾਂ ਨੂੰ ਲਗਾਵਾਂਗੀ ਦਮ 'ਤੇ। ਤੁਸੀਂ ਦੇਖ ਰਹੇ ਹੋ ਕਿ ਮੈਂ ਚਾਵਲ ਸਾਰੇ ਹੀ ਚਾਸ਼ਨੀ ਦੇ ਵਿੱਚ ਡਾਲ ਕੇ ਇਹਨੂੰ ਚੰਗੀ ਤਰ੍ਹਾਂ ਹਿਲਾ ਰਹੀ ਹਾਂ ਤਾਂ ਕਿ ਮੇਰੀ ਚਾਸ਼ਨੀ ਵਾਲੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ। ਇਹਨਾਂ ਚਾਵਲਾਂ ਨੂੰ ਉਨੀ ਦੇਰ ਤੱਕ ਦਮ ਨਹੀਂ ਲਗਾਵਾਂਗੀ ਜਿੰਨੀ ਦੇਰ ਤੱਕ ਇਹ ਪਾਣੀ ਇਹਨਾਂ ਵਿੱਚੋਂ ਖੁਸ਼ਕ ਨਾ ਹੋ ਜਾਵੇ। ਚਲੋ ਹੁਣ ਮੇਰੇ ਚਾਵਲ ਚੰਗੀ ਤਰ੍ਹਾਂ ਖੁਸ਼ਕ ਹੋ ਚੁੱਕੇ ਆ। ਹੁਣ ਮੈਂ ਇਹਨਾਂ ਨੂੰ ਲਗਾਵਾਂਗੀ ਦਮ 'ਤੇ ਲਗਾਉਣ ਤੋਂ ਪਹਿਲਾਂ ਇਹਦੇ ਵਿੱਚ ਮੈਂ ਪਾਵਾਂਗੀ ਕੁਛ ਮੇਵੇ ਜਾਤ। ਤੁਸੀਂ ਆਪਣੀ ਪਸੰਦ ਦੇ ਕੋਈ ਵੀ ਮੇਵੇ ਜਾਤ ਇਸਤੇਮਾਲ ਕਰ ਸਕਦੇ ਹੋ। ਇਹਦੇ ਵਿੱਚ ਮੈਂ ਪਾ ਰਹੀ ਹਾਂ ਸੌਗੀ। ਉਸ ਤੋਂ ਬਾਅਦ ਇਹਦੇ ਵਿੱਚ ਮੈਂ ਪਾਵਾਂਗੀ ਬਰੀਕ ਕੱਟੀ ਹੋਈ ਗਰੀ। ਮੈਂ ਗਿਰੀ ਨੂੰ ਜ਼ਿਆਦਾ ਮੋਟਾ ਨਹੀਂ ਕੱਟਿਆ, ਮੈਂ ਬਰੀਕ ਜੀ ਸੋਹਣੇ ਜਿਹੇ ਤਰੀਕੇ ਦੇ ਨਾਲ ਇਹਨੂੰ ਅੱਛੀ ਤਰ੍ਹਾਂ ਕੱਟ ਲਿਆ ਸੀ। ਮੈਂ ਇੱਥੇ ਗਰੀ ਅਤੇ ਸੌਗੀ ਦਾ ਵੀ ਇਸਤੇਮਾਲ ਕੀਤਾ। ਤੁਸੀਂ ਆਪਣੀ ਪਸੰਦ ਦੇ ਜੋ ਚਾਹੋ ਮੇਵੇ ਇਸਤੇਮਾਲ ਕਰ ਸਕਦੇ ਹੋ। ਮੈਂ ਮੇਵੇ ਜਾਤ ਡਾਲਣ ਤੋਂ ਬਾਅਦ ਹੁਣ ਮੈਂ ਇਹਨੂੰ ਲਗਾਵਾਂਗੀ 20 ਮਿੰਟ ਵਾਸਤੇ ਦਮ 'ਤੇ। ਇਹਨਾਂ ਨੂੰ ਮੈਂ 20 ਮਿੰਟ ਬਾਅਦ ਦੇਖਾਂਗੀ। ਹੁਣ ਤੁਸੀਂ ਦੇਖ ਰਹੇ ਹੋ ਕਿ 20 ਮਿੰਟ ਹੋ ਚੁੱਕੇ ਆ। ਕਿੰਨੇ ਹੀ ਸੋਹਣੇ ਮੇਰੇ ਮਜ਼ੇਦਾਰ ਅਤੇ ਕਿੰਨੇ ਹੀ ਦਿਲਕਸ਼ ਜਿਹੇ ਮੇਰੇ ਚਾਵਲ ਬਣ ਕੇ ਤਿਆਰ ਹੋ ਚੁੱਕੇ ਆ। ਇਸ ਰੈਸਪੀ ਨੂੰ ਈਦ ਵਾਸਤੇ ਤੁਸੀਂ ਸਪੈਸ਼ਲ ਆਪਣੇ ਘਰ ਵਿੱਚ ਜ਼ਰੂਰ ਟਰਾਈ ਕਰਿਓ।
ਜੇ ਮੇਰੀ ਇਹ ਵੀਡੀਓ ਪਸੰਦ ਆਵੇ ਤੇ ਮੈਨੂੰ ਕਮੈਂਟ ਸੈਕਸ਼ਨ ਵਿੱਚ ਵੀ ਜ਼ਰੂਰ ਦੱਸਿਓ। ਮੈਂ ਇਹਨਾਂ ਚਾਵਲਾਂ ਨੂੰ ਤੁਹਾਨੂੰ ਇੱਕ ਪਲੇਟ ਵਿੱਚ ਡਾਲ ਕੇ ਦਿਖਾਉਂਦੀ ਹਾਂ ਕਿ ਕਿੰਨੇ ਹੀ ਮਜ਼ੇਦਾਰ ਤੇ ਕਿੰਨੇ ਹੀ ਸੋਹਣੇ ਜਿਹੇ ਮੈਂ ਚਾਵਲ ਬਣਾ ਕੇ ਤਿਆਰ ਕੀਤੇ ਆ। ਤੁਸੀਂ ਵੀ ਇਸ ਰੈਸਪੀ ਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਮੈਨੂੰ ਵੀ ਦੱਸਿਓ ਕਿ ਇਹ ਰੈਸਪੀ ਕਿੰਝ ਦੀ ਬਣੀ ਹੈ। ਮੇਰੀ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ। ਜੇ ਮੇਰੀ ਵੀਡੀਓ ਪਸੰਦ ਆਵੇ ਤੇ ਲਾਈਕ ਕੀਤਾ ਕਰੋ, ਸਬਸਕ੍ਰਾਈਬ ਕੀਤਾ ਕਰੋ ਤੇ ਇਹਨੂੰ ਸ਼ੇਅਰ ਕਰਨਾ ਨਾ ਭੁੱਲਿਆ ਕਰੋ। ਇਹਦੇ ਨਾਲ ਮੈਨੂੰ ਦੇ ਇਜਾਜ਼ਤ। ਆਪਣੇ ਸਾਰਿਆਂ ਦਾ ਖਿਆਲ ਰੱਖਿਓ, ਮੈਨੂੰ ਦੁਆਵਾਂ 'ਚ ਯਾਦ ਰੱਖਿਓ। ਖੁਦਾ ਹਾਫਿਜ਼।